ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਲੜੀਵਾਰ ਸੰਥਿਆ ਪਿਛਲੇ ਕੁਝ ਦਿਨਾਂ ਤੋਂ ਆਪਾਂ ਕਰਦੇ ਆ ਰਹੇ ਹਾਂ, ਜਿਸ ਵਿੱਚ ਜਪਜੀ ਸਾਹਿਬ ਦੀ ਸੰਥਿਆ ਆਪਾਂ ਕਰ ਰਹੇ ਹਾਂ। ਬਹੁਤ ਗੁਰਮੁਖ ਜਨ ਇਸ ਚੈਨਲ ਦੇ ਮਾਧਿਅਮ ਰਾਹੀਂ ਸੰਥਿਆ ਪ੍ਰਾਪਤ ਕਰ ਰਹੇ ਹਨ। 25 ਪੌੜੀਆਂ ਦੀ ਸੰਥਿਆ ਪਿੱਛੇ ਆਪਾਂ ਕਰ ਰਹੇ ਹਾਂ। 26ਵੀਂ ਪੌੜੀ ਤੋਂ ਸੰਥਿਆ ਅੱਗੇ ਆਰੰਭ ਹੈ ਜੀ, ਸ਼ਰਵਣ ਕਰੋ। ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਐੜਾ ਮੰਮੇ ਨੂੰ ਔਂਕੜ ਤੇ ਲੱਲਾ, ਇਸ ਵਿੱਚ ਐੜਾ ਵੀ ਲਾਉਣਾ ਹੈ ਪਹਿਲਾਂ ਅਗੇਤਰ ਵਿੱਚ, ਅਤੇ ਮੰਮੇ ਨੂੰ ਹਲਕੀ ਜਿਹੀ ਔਂਕੜ ਵੀ ਲਾ ਕੇ ਆਪਾਂ ਪੜ੍ਹਨਾ ਹੈ। ਅਮੁੱਲ ਗੁਣ ਅਮੁੱਲ ਵਾਪਾਰ, ਵਪਾਰ ਨਹੀਂ ਕਹਿਣਾ, ਵਾਪਾਰ ਕਹਿਣਾ ਹੈ। ਅਮੁੱਲ ਵਾਪਾਰੀਏ, ਇਸ ਤਰ੍ਹਾਂ ਦਾ ਜਿਹੜਾ ਪਾਠ ਹੁੰਦਾ ਹੈ, ਈੜੀ ਨੂੰ ਲਾਂ, ਇਹ ਬਿਨਾਂ ਅਭਿਆਸ ਤੋਂ ਨਹੀਂ ਕੀਤਾ ਜਾ ਸਕਦਾ। ਇਸ ਦਾ ਲਗਾਤਾਰ ਅਭਿਆਸ ਕਰਨਾ ਪੈਂਦਾ ਹੈ, ਨਹੀਂ ਤਾਂ ਇਸ ਦਾ ਉਚਾਰਨ ਵਾਪਾਰੀਏ ਇਸ ਤਰ੍ਹਾਂ ਗੁਰਮੁਖ ਜਨ ਕਰਦੇ ਹਨ, ਸੋ ਧਿਆਨ ਦੇਣਾ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹਿ। ਅਮੁੱਲ ਭਾਇ ਅਮੁੱਲਾ ਸਮਾਹਿ। ਅਮੁੱਲ ਧਰਮ ਅਮੁੱਲ ਦੀਬਾਨ। ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵ ਲਾਏ। ਆਖਹਿ ਵੇਦ ਪਾਠ ਪੁਰਾਣ। ਆਖਹਿ ਪੜ੍ਹੇ ਕਰਹਿ ਵਖਿਆਣ। ਆਖਹਿ ਬਰਮੇ ਆਖਹਿ ਇੰਦ। ਆਖਹਿ ਗੋਪੀ ਤੈ ਗੋਵਿੰਦ। ਬਹੁਤੇ ਪਾਠ ਆਖਹਿ ਐੜੇ ਕੰਨਾ ਖੱਖਾ ਹਾਹੇ ਨੂੰ ਸਿਹਾਰੀ ਇਹ ਆ ਰਹੇ ਨੇ। ਇਸ ਦਾ ਉਚਾਰਨ ਵੀ ਬਹੁਤ ਹੀ ਸਹਿਜਤਾ ਦੇ ਨਾਲ ਕਰਨਾ ਹੈ। ਆਖਹਿ ਹਾਹੇ ਨੂੰ ਸਿਹਾਰੀ ਹੈ ਨਹੀਂ ਕਰਨਾ, ਅੱਖ ਹੈ ਨਹੀਂ ਕਹਿਣਾ। ਆਖਹਿ ਗੋਪੀ ਤੈ, ਤੱਤੇ ਨੂੰ ਦੁਲਾਵਾਂ ਲਾਉਣੀਆਂ ਹੈ, ਲਾ ਨਹੀਂ ਲਾਉਣੀ, ਦੁਲਾਵਾਂ। ਤੈ ਗੋਪੀ ਤੈ ਗੋਵਿੰਦ। ਆਖਹਿ ਈਸਰ ਆਖਹਿ ਸਿੱਧ। ਆਖਹਿ ਕੇਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ। ਆਖਹਿ ਸੁਰ ਨਰ ਮੁਨ ਜਨ ਸੇਵ। ਕੇਤੇ ਆਖਹਿ ਆਖਣ ਪਾਹੇ। ਕੇਤੇ ਕਹਿ ਕਹਿ ਉਠ ਉਠ ਜਾਹੇ। ਇਸ ਪੰਕਤੀ ਨੂੰ ਦੁਬਾਰਾ ਫਿਰ ਸ਼ਰਵਣ ਕਰਿਓ, ਕਿਉਂਕਿ ਇਸ ਪੰਕਤੀ ਦੇ ਜੋ ਸ਼ਬਦ ਨੇ, ਸ਼ਬਦ ਦਾ ਜੋ ਅਖੀਰਲਾ ਅੱਖਰ ਹੈ, ਉਹਨੂੰ ਜੋ ਲਗਾਖਰ ਲੱਗੇ ਹੋਏ ਨੇ, ਜੋ ਲਗਾ ਮਾਤਰਾ ਲੱਗੀਆਂ ਹੋਈਆਂ ਨੇ, ਉਹ ਸਾਰੀਆਂ ਹੀ ਲਘੂ ਨੇ, ਇਸ ਲਈ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕੇਤੇ ਕਹਿ ਕਹਿ ਉਠ ਉਠ ਜਾਹੇ। ਕੇਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇਹ। ਕਰੇਹ ਰਾਰੇ ਨੂੰ ਲਾਂ ਲੰਬੀ ਲੈ ਜਾਣੀ ਹੈ, ਫਿਰ ਹਾਹੇ ਨੂੰ ਸਿਹਾਰੀ ਵੀ ਲੱਗ ਜਾਏਗੀ। ਏਤੇ ਕੀਤੇ ਹੋਰ ਕਰੇਹ। ਤਾ ਆਖ ਨਾ ਸਕਹਿ ਕੇਈ ਕੇ। ਕੇਈ ਕੇ ਈੜੀ ਨੂੰ ਸਿਹਾਰੀ ਲੱਗੀ ਹੋਈ ਹੈ। ਦੂਸਰਾ ਜੋ ਪਾਠ ਹੈ, ਤਾ ਆਖ ਨਾ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਇ। ਨਾਨਕ ਜਾਣੈ ਸਾਚਾ ਸੋਇ। ਜੇ ਕੋ ਆਖੈ ਬੋਲ ਵਿਗਾੜ। ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਆਖਰੀ ਪੰਕਤੀ ਧਿਆਨ ਦਿਓ। ਤਾ ਲਿਖੀਐ
ਸਿਰ ਗਾਵਾਰਾ ਗਾਵਾਰ, ਗਵਾਰਾ ਗਵਾਰ ਨਹੀਂ ਕਹਿਣਾ, ਗੱਗੇ ਨੂੰ ਕੰਨਾ ਲਾਉਣਾ ਹੈ, ਇਸ ਲਈ ਉਚਾਰਨ ਹੋਏਗਾ ਗਾਵਾਰਾ ਗਾਵਾਰ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਇੱਕ ਧਿਆਨ ਰੱਖਣਾ ਹੈ, ਸੋ ਦਰ ਜਪਜੀ ਸਾਹਿਬ ਦੇ ਵਿੱਚ 27ਵੀਂ ਪੌੜੀ ਹੈ ਅਤੇ ਰਹਿਰਾਸ ਸਾਹਿਬ ਦੀ ਆਰੰਭਤਾ ਹੁੰਦੀ ਹੈ ਸੋ ਦਰ ਵਾਲੀ ਪੌੜੀ ਤੋਂ। ਸੋ ਦਰ ਵਾਲਾ ਜੋ ਸ਼ਬਦ ਆਪਾਂ ਪੜ੍ਹਦੇ ਹਾਂ, ਸੋ ਇਹਨਾਂ ਦੋਨਾਂ ਦਾ ਆਪਸ ਵਿੱਚ ਆਪਾਂ ਰਲ ਗੱਡ ਨਹੀਂ ਕਰਨਾ, ਪਾਠਾਂ ਦਾ ਧਿਆਨ ਰੱਖ ਕੇ ਕਰਨਾ ਹੈ। ਕਈ ਜਨ ਕਿਉਂਕਿ ਬਹੁਤੇ ਗੁਰਮੁਖ ਜੋ ਰਹਿਰਾਸ ਸਾਹਿਬ ਦਾ ਪਾਠ ਵੀ ਕਰਦੇ ਹਨ, ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹਨ, ਅਤੇ ਜਦੋਂ ਬਾਣੀ ਸਹਿਜ ਸੁਭਾਵਿਕ ਪੜ੍ਹਦਿਆਂ ਕੰਠ ਹੋ ਜਾਂਦੀ ਹੈ ਤਾਂ ਰਹਿਰਾਸ ਸਾਹਿਬ ਦਾ ਪਾਠ ਕਰਦਿਆਂ ਜੋ ਇਹ ਸੋਦਰ ਵਾਲਾ ਪਦਾ ਹੈ ਉਹ ਭੁਲੇਖੇ ਨਾਲ ਦੂਸਰਾ ਪੜ੍ਹ ਜਾਂਦੇ ਨੇ। ਸੋ ਇਹ ਜਦੋਂ ਬਾਣੀ ਕੰਠ ਹੁੰਦੀ ਹੈ ਤਾਂ ਇਹ ਧਿਆਨ ਵਿੱਚ ਰੱਖਣਾ ਹੈ ਕਿ ਅਸੀਂ ਕਿਹੜੀ ਬਾਣੀ ਪੜ੍ਹ ਰਹੇ ਹਾਂ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੋਹਨੋ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੇ ਨਹੀਂ ਕਹਿਣਾ, ਗਾਵੈ ਦੁਲਾਵਾਂ ਲੱਗੀਆਂ ਹੋਈਆਂ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਜਿਸ ਤਰ੍ਹਾਂ ਗੁਰਮੁਖੋ ਮੈਂ ਉਚਾਰਨ ਕਰ ਰਿਹਾ, ਤੁਹਾਨੂੰ ਸੁਣ ਕੇ ਬੜਾ ਸੁਖੈਨ ਲੱਗ ਰਿਹਾ ਹੋਵੇਗਾ, ਪਰ ਇੰਨਾ ਸੁਖੈਨ ਨਹੀਂ ਜੋ ਨਵੇਂ ਗੁਰਮੁਖ ਜਨ ਬਾਣੀ ਸੁਣ ਰਹੇ ਹਨ, ਸੰਥਿਆ ਕਰਨ ਦੇ ਚਾਹਵਾਨ ਹਨ, ਉਹਨਾਂ ਨੂੰ ਚੰਗਾ ਅਭਿਆਸ ਕਰਨਾ ਪਵੇਗਾ, ਫਿਰ ਇਹ ਹਾਹੇ ਦਾ ਜੋ ਉਚਾਰਨ ਹੈ ਉਹ ਸ਼ੁੱਧ ਹੋਵੇਗਾ। ਗਾਵਹਿ ਗਾਵਹਿ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਵਿਚਾਰੇ ਨਹੀਂ ਕਹਿਣਾ, ਜੇ ਵਿਚਾਰੇ ਕਹਾਂਗੇ ਤਾਂ ਵਾਵੇ ਨੂੰ ਸਿਹਾਰੀ ਲੱਗੇਗੀ, ਇੱਥੇ ਬਿਹਾਰੀ ਲੱਗੀ ਹੋਈ ਹੈ, ਵਿਚਾਰੇ। ਇਸ ਤਰ੍ਹਾਂ ਪਾਠ ਕਰਾਂਗੇ। ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਇੱਥੇ ਇੰਦਰ ਇੰਦਰਾਸਣ ਨਹੀਂ ਕਹਿਣਾ ਕਿਉਂਕਿ ਉਹ ਰਹਿਰਾਸ ਸਾਹਿਬ ਦੇ ਵਿੱਚ ਪਾਠ ਹੈ। ਇੱਥੇ ਪਾਠ ਇੰਦ ਇਦਾਸਣ, ਇੰਦਾਸਣ ਵੀ ਨਹੀਂ ਕਹਿਣਾ, ਧਿਆਨ ਰੱਖਣਾ। ਗਾਵਹਿ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਦੋਨਾਂ ਪਾਠਾਂ ਨੂੰ ਪੜ੍ਹਨ ਵੇਲੇ ਥੋੜ੍ਹਾ ਜਿਹਾ ਵਖਰੇਵਾਂ ਰੱਖਣਾ ਹੈ। ਜੁਗ ਜੁਗ, ਜੁਗ ਜੁਗ ਇਕੱਠਾ ਨਹੀਂ ਕਹਿਣਾ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਏ ਆਲੇ। ਇੱਥੇ ਜੋ ਪਾਠ ਆਪਾਂ ਕਰਨਾ ਹੈ, ਮੋਹਣੀਆ ਮਨ ਮੋਹਨ, ਮੋਹਨ ਦੇ ਅਖੀਰ ਵਿੱਚ ਨੰਨਾ ਲੱਗਾ ਹੋਇਆ ਹੈ, ਇਹ ਨਾਣਾ ਨਹੀਂ ਪੜ੍ਹਨਾ, ਮੋਹਨ ਨਹੀਂ ਪੜ੍ਹਨਾ, ਮੋਹਨ ਨੰਨਾ ਲਾਉਣਾ ਹੈ। ਸੁਰਗਾ ਮੱਛ ਪਏ ਆਲੇ, ਪਿਆਲੇ ਨਹੀਂ ਕਹਿਣਾ, ਪਏ ਆਲੇ, ਪੱਪਾ ਮੁਕਤਾ ਰੱਖਣਾ, ਈੜੀ ਨੂੰ ਸਿਹਾਰੀ ਲਾ ਕੇ ਆਪਾਂ ਪਾਠ ਕਰਨਾ ਹੈ, ਪਏ ਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ।
ਇਸ ਪੰਕਤੀ ਵਿੱਚ ਪਾਠ ਵਰ ਭੰਡਾ, ਇਹਨੂੰ ਬਰ ਭੰਡਾ ਨਹੀਂ ਕਹਿਣਾ, ਵਰ ਭੰਡਾ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧ ਨੋ ਗਾਵਹਿ, ਜੋ ਤੁਧ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ। ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ, ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ। ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਇਸ ਪੰਕਤੀ ਦਾ ਵਿਸ਼ਰਾਮ ਕਈ ਵਾਰ ਜਿਹੜੇ ਨਵੇਂ ਗੁਰਮੁਖ ਸੰਥਿਆ ਕਰਦੇ ਹਨ, ਭੁਲੇਖੇ ਵਿੱਚ ਰਹਿ ਜਾਂਦੇ ਨੇ, ਉਹਨਾਂ ਨੂੰ ਬਹੁਤ ਹੀ ਸੁਖੈਨ ਤਰੀਕਾ ਇਹ ਕਿ ਇਸ ਪੰਕਤੀ ਵਿੱਚ ਕੁੱਲ 9 ਸ਼ਬਦ ਆਏ ਨੇ। 9 ਸ਼ਬਦ ਨੇ, ਤਿੰਨਾਂ ਦਾ ਜੋੜਾ ਬਣਾ ਕੇ ਆਪਾਂ ਪਾਠ ਕਰ ਲੈਣਾ ਹੈ। ਰੰਗੀ ਰੰਗੀ ਭਾਤੀ, ਇੱਥੋਂ ਤੱਕ 3 ਹੋਏ। ਕਰ ਕਰ ਜਿਨਸੀ, ਫਿਰ 3 ਹੋਏ। ਮਾਇਆ ਜਿਨ ਉਪਾਈ। ਇਸ ਤਰ੍ਹਾਂ ਤੁਸੀਂ ਇਸ ਦਾ ਪਾਠ ਕਰਨਾ ਹੈ, ਕਿਸੇ ਵੀ ਉਲਝਣ ਵਿੱਚ ਨਹੀਂ ਪੈਣਾ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤ ਸਾਹ, ਸਾਹਾ ਪਾਤ ਸਾਹਿਬ। ਨਾਨਕ ਰਹਿਣ ਰਜਾਈ। ਸੋ ਪਾਤ ਸਾਹ, ਸਾਹਾ ਪਾਤ ਸਾਹਿਬ। ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਝੋਲੀ ਕੱਸ ਕੇ ਨਹੀਂ ਕਹਿਣਾ, ਝੋਲੀ ਨਹੀਂ ਕਹਿਣਾ, ਬਹੁਤ ਹੀ ਸਹਿਜ ਦੇ ਨਾਲ ਪਾਠ ਕਰਨਾ ਹੈ। ਮੁੰਦਾ ਸੰਤੋਖ, ਮੁੰਦਰਾ ਨਹੀਂ ਕਹਿਣਾ, ਮੁੰਦਾ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਕਾਇਆ ਨਹੀਂ ਕਹਿਣਾ, ਕਾਇਆ। ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ। ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ ਤਿਸੈ ਆਦੇਸ, ਇੱਥੇ ਵਿਸ਼ਰਾਮ ਦਾ ਧਿਆਨ ਦੇਣਾ ਹੈ। ਪਹਿਲੇ ਆਦੇਸ਼ 'ਤੇ ਵਿਸ਼ਰਾਮ ਲੱਗੇਗਾ। ਆਦੇਸ ਤਿਸੈ ਆਦੇਸ। ਇਸ ਤੋਂ ਅਗਲੀ ਪੰਕਤੀ ਧਿਆਨ ਦੇ ਨਾਲ, ਆਦ ਅਨੀਲ ਅਨਾਦ ਅਨਾਹਤ। ਨਵੇਂ ਜੋ ਸੰਥਿਆ ਲੈਂਦੇ ਨੇ ਗੁਰਮੁਖ ਜਨ, ਉਹ ਕਈ ਵਾਰ ਉਲਝ ਜਾਂਦੇ ਨੇ, ਇਸ ਲਈ ਇਹਨੂੰ ਕੱਲਾ ਜਿਹੜਾ ਸ਼ਬਦ ਹੈ ਉਹ ਪੜ੍ਹਨਾ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਇੱਥੇ ਪਾਠ ਅਖੀਰ ਵਿੱਚ ਸਾਧ ਆਇਆ, ਸੱਸੇ ਨੂੰ ਕੰਨਾਂ 'ਤੇ ਦੱਦਾ। ਇਹਨੂੰ ਭਾਰਾ ਨਹੀਂ ਕਰਨਾ, ਸਾਧ ਨਹੀਂ ਕਹਿਣਾ, ਸਾਧ ਅਵਰਾ ਸਾਧ। ਸਵਾਦ ਦਾ ਅਰਥ ਹੈ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪਰਵਾਣ,
ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਥੇ ਪਾਠ ਦੀ ਵੱਖਰਾ ਕਰਨਾ ਹੈ, ਬਾਣ ਵੱਖਰਾ ਕਰਨਾ ਹੈ, ਇਕੱਠਾ ਦੀਵਾਨ ਨਹੀਂ ਕਰਨਾ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਓਹ ਵੇਖੈ ਓਨਾ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਇਸ ਪੰਕਤੀ ਵਿੱਚ ਧਿਆਨ ਦਿਓ, ਊੜੇ ਦਾ ਮੂੰਹ ਖੁੱਲ੍ਹਾ ਹੋਇਆ ਹੈ, ਲੰਬਾ ਕਰਨਾ ਹੈ। ਉਹ ਵੇਖੈ ਓਨਾ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੋ ਇੱਥੋਂ ਤੱਕ 30 ਪੌੜੀਆਂ